ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਈਕਨ ਬੈਲ ਦਾ ਬਟਨ ਵੀ ਜ਼ਰੂਰ ਦਬਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰਬਾਣੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਇੱਕ ਐਸੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਨਾਸਤਿਕ ਲੋਕਾਂ ਦੇ ਵਿੱਚ ਵੀ ਰੱਬ ਦੇ ਪ੍ਰਤੀ ਵਿਸ਼ਵਾਸ ਪੈਦਾ ਹੋ ਜਾਏਗਾ। ਕੁਝ ਐਸੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਅਸੀਂ ਅੱਖਾਂ ਰਾਹੀਂ ਦੇਖਦੇ ਹਾਂ ਅਤੇ ਕੰਨਾਂ ਰਾਹੀਂ ਸੁਣਦੇ ਹਾਂ, ਪਰ ਕੁਝ ਘਟਨਾਵਾਂ ਅਣਸੁਣੀਆਂ ਹੀ ਰਹਿ ਜਾਂਦੀਆਂ ਹਨ। ਦਰਬਾਰ ਸਾਹਿਬ ਵਿੱਚ ਇਹੋ ਜਿਹੇ ਕਈ ਕਰਿਸ਼ਮੇ ਹੁੰਦੇ ਰਹਿੰਦੇ ਹਨ ਕਿਉਂਕਿ ਇੱਥੇ ਗੁਰਬਾਣੀ 24 ਘੰਟੇ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਗੁਰਬਾਣੀ ਦੀ ਤਾਕਤ ਨੂੰ ਤਾਂ ਆਪਾਂ ਜਾਣਦੇ ਹੀ ਹਾਂ ਤੇ ਇਸ ਪਵਿੱਤਰ ਸਥਾਨ ਦੀ ਤਾਕਤ ਨੂੰ ਤਾਂ ਸਾਰਾ ਜੱਗ ਜਾਣਦਾ ਹੈ। ਅੱਜ ਦੀ ਜੋ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਇਹ ਘਟਨਾ ਸਾਰੀ ਸੰਗਤ ਦੇ ਸਾਹਮਣੇ ਅੰਮ੍ਰਿਤ ਵੇਲੇ ਪਾਲਕੀ ਲਿਆਂਦੇ ਹੋਏ ਵਾਪਰੀ। ਇਸ ਘਟਨਾ ਨੂੰ ਅਗਰ ਅਸੀਂ ਚਮਤਕਾਰ ਕਹਿ ਦਈਏ ਤਾਂ ਕੋਈ ਹਰਜ਼ ਨਹੀਂ। ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਗੁਰਪ੍ਰੀਤ ਕੌਰ ਨਾਂ ਦੀ ਬੀਬੀ ਆਪਣੇ 4 ਸਾਲ ਦੇ ਬੱਚੇ ਨੂੰ ਲੈ ਕੇ ਆਈ। ਉਸ ਬੀਬੀ ਨੇ ਦੱਸਿਆ ਕਿ ਵਿਆਹ ਤੋਂ 2 ਸਾਲ ਬਾਅਦ ਹੀ ਇੱਕ ਐਕਸੀਡੈਂਟ ਵਿੱਚ ਉਹਦੇ ਪਤੀ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਉਹਦੇ ਸਹੁਰੇ ਵਾਲਿਆਂ ਨੇ ਸਹੁਰੇ ਘਰ ਵਿੱਚ ਉਸ ਨੂੰ ਬੜਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ ਸਹੁਰਿਆਂ ਦਾ ਘਰ ਛੱਡ ਕੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੀ। ਉਸਨੇ ਇਹ ਵੀ ਦੱਸਿਆ ਕਿ ਉਹ ਪੇਕੇ ਘਰ ਵਿੱਚ ਨਹੀਂ ਗਈ ਕਿਉਂਕਿ ਉਸਨੇ ਸੋਚ ਲਿਆ ਸੀ ਕਿ ਹੁਣ ਪੂਰੀ ਉਮਰ ਹੁਣ ਮੈਂ ਵਿਆਹ ਨਹੀਂ ਕਰਵਾਵਾਂਗੀ ਤੇ ਮਿਹਨਤ ਕਰਕੇ ਆਪਣੇ ਬੱਚੇ ਨੂੰ ਜੀਵਨ ਭਰ ਪਾਲਾਂਗੀ। ਗੁਰਪ੍ਰੀਤ ਨੇ ਦੱਸਿਆ ਕਿ ਜਿਸ ਘਰ ਵਿੱਚ ਉਹ ਕਿਰਾਏ ਤੇ ਰਹਿੰਦੀ ਸੀ, ਉਸੇ ਘਰ ਵਿੱਚ ਇੱਕ ਬਜ਼ੁਰਗ ਔਰਤ ਵੀ ਰਹਿੰਦੀ ਸੀ ਜੋ ਕਿ ਘਰ ਦੀ ਮਾਲਿਕ ਮਕਾਨ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਇੰਨੇ ਵੱਡੇ ਘਰ ਵਿੱਚੋਂ ਸਿਰਫ ਇੱਕ ਕਮਰਾ ਹੀ ਕਿਰਾਏ ਤੇ ਦਿੰਦੀ ਸੀ। ਉਹ ਬਜ਼ੁਰਗ ਕਿਸੇ ਦੇ ਨਾਲ ਵੀ ਗੱਲ ਨਹੀਂ ਕਰਦੀ ਸੀ ਤੇ ਮੇਰੇ ਕੋਲੋਂ ਵੀ ਬਸ ਸਿਰਫ ਇੱਕ ਕਿਰਾਇਆ ਲੈਣ ਹੀ ਆਂਦੀ ਸੀ। ਆਂਢ ਗੁਆਂਢ ਤੋਂ ਪਤਾ ਚੱਲਿਆ ਸੀ ਕਿ ਇਸ ਬਜ਼ੁਰਗ ਦਾ ਘਰ ਵਾਲਾ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਬੇਟੇ ਬੇਟੀਆਂ ਪੋਤੇ ਪੋਤਰੀਆਂ ਸਭ ਵਿਦੇਸ਼ ਵਿੱਚ ਸੈਟਲ ਹਨ ਤੇ ਉਹ ਬੱਚੇ ਵੀ ਇਸ ਦਾ ਕੋਈ ਪਤਾ ਸ਼ਤਾ ਲੈਣ ਨਹੀਂ ਆਉਂਦੇ ਹਨ। 6 ਮਹੀਨੇ ਬੀਤ ਗਏ ਤੇ ਇਸ ਬਜ਼ੁਰਗ ਦੀ ਵੀ ਡੈਥ ਹੋ ਗਈ। ਭਾਵ ਉਹ ਬਜ਼ੁਰਗ ਬੀਬੀ ਵੀ ਅਕਾਲ ਚਲਾਣਾ ਕਰ ਗਈ। ਆਂਢ ਗੁਆਂਢ ਦੇ ਸਭ ਲੋਕਾਂ ਨੇ ਮਿਲ ਕੇ ਇਸ ਬਜ਼ੁਰਗ ਬੀਬੀ ਦਾ ਸੰਸਕਾਰ ਕਰ ਦਿੱਤਾ। ਹੁਣ ਇੰਨੇ ਵੱਡੇ ਘਰ ਵਿੱਚ ਕੋਈ ਵੀ ਨਹੀਂ ਰਹਿੰਦਾ ਸੀ ਤੇ ਗੁਰਪ੍ਰੀਤ ਨੇ ਦੱਸਿਆ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਹੁਣ ਕਿਰਾਇਆ ਕਿਸ ਨੂੰ ਦੇਵਾਂਗੀ। ਇੰਨੇ ਵੱਡੇ ਘਰ ਵਿੱਚ ਰਹਿਣ ਦੇ ਵੀ ਡਰ ਲੱਗ ਰਿਹਾ ਸੀ ਉਸਨੂੰ। ਕਿਸੇ ਨੇ ਵੀ ਉਸ ਬਜ਼ੁਰਗ ਬੀਬੀ ਦਾ ਪਾਠ ਵੀ ਨਹੀਂ ਕਰਵਾਇਆ ਸੀ ਤੇ ਉਹਦੇ ਬੱਚਿਆਂ ਦਾ ਵੀ ਕੋਈ ਅਤਾ ਪਤਾ ਨਹੀਂ ਸੀ। ਗੁਰਪ੍ਰੀਤ ਨੇ ਦੱਸਿਆ ਕਿ ਬਜ਼ੁਰਗ ਬੀਬੀ ਦੇ ਮਰਨ ਤੋਂ ਬਾਅਦ ਮੇਰਾ ਬੱਚਾ ਰੋਜ਼ ਰਾਤੀ 12 ਵਜੇ ਉੱਠ ਜਾਂਦਾ ਸੀ ਤੇ 12 ਵਜੇ ਰੋਣਾ ਸ਼ੁਰੂ ਕਰ ਦਿੰਦਾ ਸੀ ਤੇ ਲਗਾਤਾਰ 3 ਵਜੇ ਤੱਕ ਰੋਂਦਾ ਹੀ ਰਹਿੰਦਾ ਸੀ। 12 ਤੋਂ 3 ਦਾ ਸਮਾਂ ਮੇਰੇ ਬੱਚੇ ਵਾਸਤੇ ਬੜਾ ਕਸ਼ਟ ਵਾਲਾ ਹੁੰਦਾ ਸੀ। 4-5 ਦਿਨ ਲਗਾਤਾਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਗੁਰਪ੍ਰੀਤ ਨੇ ਦੱਸਿਆ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਮੇਰੇ ਬੱਚੇ ਦਾ ਪੂਰਾ ਚੈੱਕਅਪ ਕੀਤਾ ਤੇ ਉਸਨੇ ਕਿਹਾ ਕਿ ਬੱਚਾ ਤਾਂ ਬਿਲਕੁਲ ਇੱਕਦਮ ਠੀਕ ਹੈ। ਇਸ ਦੇ ਬਾਵਜੂਦ ਵੀ 12 ਤੋਂ 3 ਵਜੇ ਤੱਕ ਲਗਾਤਾਰ ਮੇਰਾ ਬੱਚਾ ਰੋਂਦਾ ਤੇ ਉਸ ਤੋਂ ਬਾਅਦ ਪੂਰੇ ਦਿਨ ਵਿੱਚ ਵੀ ਇੱਕਦਮ ਗੁੰਮਸੁੰਮ ਪਿਆ ਰਹਿੰਦਾ। 1 ਮਹੀਨੇ ਬਾਅਦ ਮੈਂ ਉਹ ਘਰ ਛੱਡ ਦਿੱਤਾ ਕਿਉਂਕਿ ਮੇਰੇ ਮਨ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਹਿਮ ਆ ਰਹੇ ਸਨ। ਇਸ ਕਰਕੇ ਮੈਂ ਉਹ ਘਰ ਛੱਡਣਾ ਹੀ ਸਹੀ ਸਮਝਿਆ। ਹੁਣ ਮੈਂ ਦੂਸਰੀ ਜਗ੍ਹਾ ਇੱਕ ਕਿਰਾਏ ਦਾ ਕਮਰਾ ਲੈ ਲਿੱਤਾ। ਉੱਥੇ ਮੇਰੇ ਬੱਚੇ ਨੇ ਜੋ 12 ਤੋਂ 3 ਵਜੇ ਰੋਂਦਾ ਸੀ, ਉਸ ਰਾਤ ਉਹ ਉੱਥੇ ਨਹੀਂ ਰੋਇਆ। ਪਰ ਉਸ ਘਰ ਤੋਂ ਨਿਕਲਣ ਤੋਂ ਬਾਅਦ ਮੇਰੇ ਬੱਚੇ ਨੇ ਬੋਲਣਾ ਬੰਦ ਕਰਤਾ। ਰੋਣਾ ਤਾਂ ਬੰਦ ਹੋ ਗਿਆ ਲੇਕਿਨ ਹੁਣ ਉਸ ਬੱਚੇ ਨੇ ਮੇਰੇ ਬੱਚੇ ਨੇ ਬੋਲਣਾ ਬੰਦ ਕਰਤਾ।
मैं फिर अपने बच्चे नूं डॉक्टर कोल लैके गई तो डॉक्टर दा ओही जवाब सी कि बच्चा एकदम तंदुरुस्त है, कुछ भी उसनूं बीमारी नहीं है। मैं अपने बच्चे नूं देख के बड़ा दुखी होंदी सी। मेरा बच्चा ना हसदा ना खेडदा ते ना ही कुछ बोलदा सी, बस एक कोने विच गुमसुम पिया रहिंदा सी। हुण मैं परेशान होके कल्ली घर विच किन्ना देर रोंदी रहिंदी सी, क्योंकि मेरे वास्ते तां मेरा बच्चा ही मेरी जिंदगी सी। उन्नू देख के मैं बहुत रोंदी सी। 1 साल बीत गया, बहुत भज नठ कीती मैं अपने बच्चे दे इलाज वास्ते, बथेरे डॉक्टरां नू दिखाया पर मेरा बच्चा ठीक नहीं होया। कहंदी कि अंत विच मैं थक हार के श्री हरमंदर साहिब धन धन श्री गुरु रामदास जी दे चरनां विच आ गई। उत्थे साडे नाल उसने दस्या कि एक अलौकिक चमत्कार होया, जिस नूं देख के मेरी रूह ही कंब गई। उसने दस्या कि सवेर तो लैके रात तक उसने लंगर हाल विच सेवा कीती ते सवेरे जदों पालकी साहब तैयार की गई ते मैं अपने बच्चे नूं लैके सारी संगत दे नाल पालकी साहब दे पीछे पीछे ही तुर पई। संगत विच चलदियां पालकी साहब दे नाल चलदियां मेरा बड़ा ही मन भर आया ते मेरे हंझू ही नहीं रुक रहे सन ते पर मैं संगत दे नाल वाहिगुरु दा जाप करन लगी। जदों पालकी साहब दर्शनी द्वार तक पहुंची तां अचानक ही जदों मैं भी वाहिगुरु संगत नाल कर रही सी तां मेरा बच्चा अचानक ही वाहिगुरु बोलन लग पिया। मेरे बच्चे ने पहली बार 1 साल बाद बड़ी ही प्यारी आवाज विच वाहिगुरु बोलिया ते मैं अपने बच्चे दे मुंह तो यह शब्द श्री वाहिगुरु सुन के रोन लग पई। उच्ची उच्ची मैनू रोंदिया देख के सारी संगत भी मेरे कोल आ गई। सारी संगत ने पूछा, बीबी की हो गया, क्यों रो रही है? तां मैं सारी संगत नू ते सेवादार नू दस्या कि 1 साल तो मेरा बच्चा कुछ भी नहीं बोल रहा सी ते अज गुरु दे घर आके यह अलौकिक चमत्कार होया है ते मेरे बच्चे ने बोलना शुरू किया है। ओ भी पहला अखर वाहिगुरु बोलिया है। इहो जिहे अलौकिक चमत्कार श्री गुरु रामदास जी दे घर विच ही हो सकते हैं। धन श्री गुरु रामदास जी ने मेरी बाह फड़ी ते मेरे बेटे ते मैनू एक सुखा भरी जिंदगी दोबारा दिती है। मेरे बच्चे दे खामोश होने पिछे कुछ भी कारण होवे, पर मेरे बच्चे दे बोलन पिछे धन श्री गुरु रामदास जी दी कृपा है। तां साध संगत जी ऐसी धन धन श्री गुरु रामदास जी दे घर दी पवित्र शक्ति। जो भी मनुख इस दर ते अपनी कोई भी फरियाद लेके आंदा है तां धन धन श्री गुरु रामदास जी उन्हां दियां झोलियां जरूर भरदे हन ते उन्हां दे दुख दूर करदे हन। इथों कोई भी खाली हाथ नहीं मुड़दा, बस लोड़ है श्रद्धा दी, विश्वास दी। ते ऐसी अज की साडी वीडियो। साध संगत जी जे वीडियो पसंद आई है तो वीडियो नू ज़्यादा तो ज़्यादा लाइक ते शेयर करो ते धन गुरु रामदास जी कमेंट विच जरूर लिखना जी। वाहिगुरु जी का खालसा, वाहिगुरु जी की फतेह।